ਨਾਰਮਲੀ ਕੀ ਹੁੰਦਾ ਕਿ ਐਲਰਜੀ ਦੇ ਮੇਜਰ ਜਿਹੜੇ ਕਾਰਨ ਹੈਗੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਕਿ ਸਾਡੇ ਜਿਹੜੇ ਆਊਟਡੋਰ ਐਲਰਜਨਸ ਕਿ ਸਾਡੇ ਵਾਤਾਵਰਣ ਦੇ, ਇੱਕ ਹੁੰਦੇ ਸਾਡੇ ਇਨਡੋਰ ਐਲਰਜਨ ਜਿਹੜੇ ਸਾਡੇ ਘਰਾਂ ਦੇ ਅੰਦਰ। ਇਹ ਇੱਕ ਸ਼ੁਰੂ ਹੁੰਦੀ ਬਿਮਾਰੀ ਨੱਕ ਤੋਂ ਜੀ, ਫਿਰ ਗਲੇ 'ਚ ਹੋ ਕੇ ਫਿਰ ਛਾਤੀ ਤੱਕ ਪਹੁੰਚਦੀ। ਸੋ ਟੂ ਸਟਾਰਟ ਵਿਦ ਬੰਦੇ ਨੂੰ ਨੱਕ ਦੇ ਸਿੰਪਟਮਸ ਹੁੰਦੇ ਆ, ਜਿਵੇਂ ਕਿ ਤੁਸੀਂ ਸਮਝੋ ਛਿੱਕਾਂ ਆਉਣਾ, ਨੱਕ ਬਹਿਣਾ, ਠੀਕ ਹੈ, ਨੱਕ 'ਚ ਖੁਜਲੀ ਹੋਣਾ, ਨੱਕ ਦਾ ਬਲੌਕ ਹੋਣਾ। ਸੋ ਬੇਸਿਕਲੀ ਸਭ ਤੋਂ ਪਹਿਲਾ ਸਟੈਪ ਹੈ ਕਿ ਤੁਸੀਂ ਡਾਕਟਰ ਕੋਲ ਜਾ ਕੇ ਕਲੀਅਰ ਕਰਾਓ ਕਿ ਤੁਹਾਨੂੰ ਐਲਰਜੀ ਹੈ ਕਿ ਨਾਨ ਐਲਰਜੀ ਕਰਕੇ ਸਿੰਪਟਮ। ਉਸ ਤੋਂ ਬਾਅਦ ਜਿਹੜਾ ਡਾਕਟਰ ਰਿਕਮੈਂਡ ਕਰਦਾ ਟੈਸਟ ਉਹਨੂੰ ਕਰਾਓ, ਨਾ ਕਿ ਜਿਹੜਾ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਜਾਂ ਕਮਰਸ਼ੀਅਲ ਤੁਸੀਂ ਐਂਗਲ ਤੋਂ ਟੈਸਟ ਦੇਖਦੇ ਹੋ, ਉਹਦੀ ਕੋਈ ਰੈਲੇਵੈਂਸ है नहीं। D4 न्यूज़ देख रहे तमाम दोस्तों को दीपक भंडारी का नमस्कार। हमारे विशेष कार्यक्रम आपकी सेहत में आपका स्वागत है। मौसम में बदलाव हो रहा है और इस बदलते मौसम में कई तरह की बीमारियां आ जाती हैं, खास तौर पर एलर्जी, जिसमें कि खांसी मरीजों को होने लगती है। इसके मरीज अस्पतालों में बढ़ने भी लगे हैं। अगर आपको खांसी होती है तो कैसे पहचानें कि ये एलर्जी है, इसी को लेकर हम आज बात करेंगे। हमारे विशेष मेहमान हैं, हम आए हैं आज ओरी चेस्ट एंड मल्टी स्पेशलिटी हॉस्पिटल में, और हमारे विशेष मेहमान हैं डॉक्टर प्रदीप होरी, जो कि चेस्ट स्पेशलिस्ट हैं। डॉक्टर साहब नमस्कार जी। नमस्कार भंडारी साहब। डॉक्टर साहब, मौसम बदल रहा है, पेशेंट काफ़ी आ रहे हैं, ये क्या जानता भी एलर्जी है, कई जिन्हों नहीं पिंडा च ते ये बड़ा कॉमन है जी, तो पता ना लगे भी खांसी कई दिनों तो खांसी है, मेडिसिन खाने के बावजूद भी ठीक नहीं होता पेशेंट, तो क्या जानता भी एलर्जी है। ये एलर्जी बेसिकली है कि इनू पछानीए किदां ते इहदा इलाज की है? देखो भंडारी साहब, जिहड़ी एलर्जी हुंदी है वो एक प्रोसैस हुंदी है जिहदे विच कि कोई भी चीज़ जिहड़ी कि साडे वातावरण दे विच हैगी है या असीं जिहड़ी भी चीज़ कोई ऐसी खाने आ जिहदे अगेंस्ट साडी बॉडी जाके वो रिएक्शन करदी जी। और तुसी ये देखो कि ये एलर्जी हर बंदे च नहीं हुंदी, साडे अंदर कईयां दे ऐसा सिस्टम हुंदा वै जिहड़ा कि सिस्टम नॉर्मल चीज़ां नूं भी रिएक्ट करना शुरू कर दिंदा। जिवें कि तुसीं देखो कि हुण मौसम बदल रहा है, नवें तरह के पोलनस आते हैं, जिहड़े फ्लावर्स के सीड्स जिन्हां नूं कहिंदे आ, घाह हुंदा वै, कई तरह के दरख्त नवे हुंदे आ, पुरानी रुੱਤ जांदी, नवीं रुੱਤ आंदी है, फुੱਲ नवे आंदे आ। सो उन्हां दे कई चीज़ां इहो जिहियां हुंदियां वै जिहड़ियां जदों हवा दे विच आंदियां हैगियां वै ते कई बंदे ड्यू टू देयर जेनेटिक मैप अप समझ लो कि वो उन्हां चीज़ां नूं रिएक्ट करदे आ, उस रिएक्शन नूं असीं एलर्जी कहने आ। सो बेसिकली एलर्जी हुंदी है एक अपनी, जिवें असीं मैडिकल टर्म च कर दईए कि इट इज़ रिएक्शन बाय द बॉडी अगेंस्ट ਹਾਰਮਲੈਸ ਸਬਸਟੈਂਸਿਸ। ਅੱਛਾ, ਜਦੋਂ ਜਿਵੇਂ ਮੌਸਮ ਬਦਲਦਾ ਤੇ ਕਈ ਨਵੇਂ ਫੁੱਲ ਆਉਂਦੇ, ਜਿਵੇਂ ਤੁਸੀਂ ਕਿਹਾ ਸਰ, ਇੱਕ ਮੇਰਾ ਕਹਿ ਲਓ ਕਾਂਗਰਸ ਗ੍ਰਾਸ ਕਿਹਾ ਜਾਂਦਾ ਬੜਾ ਵੱਡਾ ਕਾਰਨ। ਹੁਣ ਜਿਵੇਂ ਅੱਗੋਂ ਕਟਾਈ ਹੋਣੀ ਹੈ, ਫਸਲ ਦੀ ਕਟਾਈ, ਉਸ ਦਿਨਾਂ ਦੇ ਵਿੱਚ ਵੀ ਕਿਆ ਐਲਰਜੀ ਹੀ ਹੁੰਦੀ ਹੈ ਜਾਂ ਉਹ ਸਪੈਸੀਫਿਕਲੀ ਜੇ ਖਾਂਸੀ ਹੁੰਦੀ ਹੈ ਜੀ? ਦੇਖੋ, ਜਿਹੜੀ ਹੁੰਦੀ ਨਾ ਐਲਰਜੀ, ਉਹ ਇੱਕ ਸਾਡੀ IgE ਮੀਡੀਏਟਡ ਇੱਕ ਐਂਟੀਬੋਡੀ ਹੁੰਦੀ ਸਾਡੇ ਬਲੱਡ ਦੇ ਵਿੱਚ, ਉਹਦੇ ਕਰਕੇ ਇਹ ਐਲਰਜੀ ਹੁੰਦੀ ਹੈ। ਨਾਰਮਲੀ ਕੀ ਹੁੰਦਾ ਕਿ ਐਲਰਜੀ ਦੇ ਮੇਜਰ ਜਿਹੜੇ ਕਾਰਨ ਹੈਗੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਕਿ ਸਾਡੇ ਜਿਹੜੇ ਆਊਟਡੋਰ ਐਲਰਜਨਸ ਕਿ ਸਾਡੇ ਵਾਤਾਵਰਣ ਦੇ, ਇੱਕ ਹੁੰਦੇ ਸਾਡੇ ਇਨਡੋਰ ਐਲਰਜਨ ਜਿਹੜੇ ਸਾਡੇ ਘਰਾਂ ਦੇ ਅੰਦਰ ਜੀ। ਜਿਵੇਂ ਅਸੀਂ ਮੇਨ ਗੱਲ ਕਰੀਏ ਕਿ ਸਾਡੇ ਇਨਡੋਰ ਐਲਰਜਨਸ ਮੇਨ ਕਿਹੜੇ ਹੈ ਜੀ, ਉਹਨਾਂ 'ਚ ਸਾਡੇ ਇੱਕ ਹਾਊਸ ਡਸਟ ਮਾਈਟ ਆ ਜਾਂਦੀ ਹੈ, ਜਿਹੜੀ ਕਿ ਇੱਕ ਤਰ੍ਹਾਂ ਦਾ ਇਨਸੈਕਟ ਹੁੰਦਾ ਵਾ ਜਿਹੜਾ ਕਿ ਸਾਡੇ ਚਾਦਰਾਂ 'ਚ ਜਾਂ ਕੰਬਲਾਂ 'ਚ ਜਾਂ ਬਲੈਂਕਟਸ 'ਚ ਜਾਂ ਮੈਟਰਸਿਸ ਦੇ ਵਿੱਚ, ਕਿਉਂਕਿ ਰੁੱਤ ਬਦਲਦਾ, ਥੋੜ੍ਹੀ ਹਿਊਮਿਡਿਟੀ ਦਾ ਅਸਰ ਹੁੰਦਾ, ਅਤੇ ਉਹ ਬਹੁਤ ਤਾਦਾਦ ਦੇ ਵਿੱਚ ਹੋ ਜਾਂਦਾ, ਜਿਹਦੇ ਤੋਂ ਮੇਜਰ ਐਲਰਜੀ ਸਾਰੇ ਵਰਲਡ ਦੇ ਵਿੱਚ ਜਿਹੜਾ ਮੇਜਰ ਕਾਜ਼ ਆਫ ਐਲਰਜੀ ਹੈ ਨਾ, ਉਹ ਸਾਡਾ ਹਾਊਸ ਡਸਟ ਮਾਈਟ ਹੀ ਹੈ। ਦੂਸਰਾ ਉਸ ਤੋਂ ਬਾਅਦ ਸਾਡੇ ਘਰ ਮੈਂ ਸਰ ਇੱਥੇ ਤੁਹਾਨੂੰ ਪੁੱਛਣਾ ਡਾਕਟਰ ਸਾਹਿਬ ਕਿ ਹਾਊਸ ਡਸਟ ਜਿਹੜਾ ਮਾਈਟ ਹੈ ਉਹ ਕਿਆ ਦਿਸਦਾ ਨਹੀਂ, ਫਿਜ਼ੀਬਲ ਨਹੀਂ? ਨਹੀਂ, ਦੇਖੋ, ਉਹ ਮਾਈਟ ਜਿਹੜਾ ਹੈਗਾ ਵਾ ਉਹ ਸਿਰਫ ਮਾਈਕਰੋਸਕੋਪ ਦੇ ਅੰਦਰ ਦੇਖ ਸਕਦੇ ਹਾਂ, ਨੇਕਡ ਅੱਖਾਂ ਨੂੰ ਉਹ ਦਿਖਦਾ ਨਹੀਂ ਹੈਗਾ। ਜਦੋਂ ਅਸੀਂ ਉਹਨੂੰ ਮਾਈਕਰੋਸਕੋਪ 'ਤੇ ਦੇਖੋਗੇ ਕਿ ਤੁਸੀਂ ਉਹ ਮਿਲੀਅਨਸ, ਮਤਲਬ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਮਾਈਟਸ ਹੁੰਦੀਆਂ ਵੈ, ਜਿਹੜੀਆਂ ਕਿ ਆਮ ਨਾਰਮਲ ਅੱਖ ਦੇ ਨਾਲ ਅਸੀਂ ਨਹੀਂ ਦੇਖ ਸਕਦੇ, ਸਿਰਫ ਮਾਈਕਰੋਸਕੋਪ ਦੇ ਅੰਦਰ ਦੇਖ ਸਕਦੇ ਹਾਂ। ਉਸ ਤੋਂ ਇਲਾਵਾ ਜਿਹੜੇ ਸਾਡੇ ਇਨਡੋਰ ਐਲਰਜਨਸ ਦੇ ਵਿੱਚ ਤੁਸੀਂ ਸਮਝ ਲਓ ਕਿ ਜਿਵੇਂ ਸਾਡੇ ਕਾਕਰੋਚਿਸ ਆ ਗਏ ਜੀ, ਹੈ ਨਾ, ਕਈ ਤਰ੍ਹਾਂ ਦੇ ਸਾਡੇ ਮਤਲਬ ਇਨਡੋਰ ਦੇ ਵਿੱਚ ਹੋਰ ਕਾਰਨ ਹੁੰਦੇ ਹੈਗੇ ਆ, ਸਾਡੇ ਡੌਗਸ ਆ ਗਏ, ਸਾਡੇ ਪੈਟਸ ਆ ਗਏ ਜਿਹੜੇ ਸੀ। ਅੱਜ ਕੱਲ੍ਹ ਪੈਟਸ ਦਾ ਵੀ ਬੜਾ ਫੈਸ਼ਨ ਹੈ। ਹਾਂ, ਸੋ ਦੂਸਰਾ ਮੇਨ ਕਾਰਨ ਹੁੰਦੇ ਐਲਰਜੀ ਦੇ ਜਿਹੜੇ ਆਊਟਡੋਰ ਐਲਰਜਨਸ ਹੈ। ਆਊਟਡੋਰ ਐਲਰਜਨ 'ਚ ਜਿਵੇਂ ਤੁਸੀਂ ਦੇਖਿਆ ਪੋਲਨਸ ਆ ਗਏ, ਜਿਹੜੇ ਰੁੱਤ ਬਦਲਣ ਨਾਲ ਫਲਾਵਰਸ ਦੇ ਸੀਡਸ ਆ ਗਏ, ਜਾਂ ਨਵੇਂ ਦਰਖਤਾਂ ਦੇ ਜਿਹਨੂੰ ਅਸੀਂ ਕਹਿ ਦਿੰਦੇ ਵੀਡਸ ਆ ਗਈਆਂ, ਮੋਲਡਸ ਆ ਗਈਆਂ, ਫੰਗਸ ਹੋ ਗਈ,
ਇਹ ਮੇਜਰ ਜਿਹੜੇ ਐਲਰਜੀ ਦੇ ਕਾਰਨ ਹੁੰਦੇ ਆ। ਤੇ ਡਾਕਟਰ ਸਾਹਿਬ ਕਿਆ ਕਿਸ ਤਰ੍ਹਾਂ ਪਛਾਣਿਆ ਜਾਏ ਕਿ ਬੰਦੇ ਨੂੰ ਜਿਵੇਂ ਐਲਰਜੀ ਦੇ ਨਾਲ ਦੇਖੋ ਕਈਆਂ ਨੂੰ ਤੇ ਨੱਕ ਵਗਣਾ ਸ਼ੁਰੂ ਹੋ ਜਾਂਦਾ, ਕਈਆਂ ਦਾ, ਕਈਆਂ ਨੂੰ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਹੈ, ਕਈਆਂ ਨੂੰ ਨਾਲ ਕਫ ਵੀ ਸ਼ੁਰੂ ਹੋ ਜਾਂਦਾ ਹੈ। ਕਿਸ ਤਰ੍ਹਾਂ ਪਛਾਣਿਆ ਜਾਏ ਕਿ ਇਹ ਐਲਰਜੀ ਹੈ? ਆਮ ਤੌਰ ਤੇ ਇਹਦੇ ਨਾਲ ਹੀ ਮੇਰਾ ਸਵਾਲ ਹੈ, ਆਮ ਤੌਰ ਤੇ ਦੇਖਿਆ ਜਾਏ ਜਦੋਂ ਸੈਲਫ ਮੈਡੀਕੇਸ਼ਨ ਬੜੀ ਹੁੰਦੀ ਹੈ, ਕੋਈ ਬੰਦਾ ਕਹਿੰਦਾ ਐਲਰਜੀ ਹੈ ਤੇ ਉਹ ਕਹਿੰਦਾ ਜੀ ਕੋਈ ਵੀ ਐਂਟੀ ਐਲਰਜੀ ਖਾ ਲਓ, ਤੇ ਉਹ ਸੇਫ ਹੈ ਕਿ ਉਹ ਨੁਕਸਾਨਦਾਇਕ ਹੈ? ਦੇਖੋ ਜਿਹੜੀ ਹੁੰਦੀ ਹੈ ਨਾ ਕਿ ਐਲਰਜੀ ਜਿਹੜੀ ਹੈ ਉਹ ਹਮੇਸ਼ਾ ਇੱਕ ਹੁੰਦਾ ਐਲਰਜੀ ਮਾਰਚ, ਇੱਕ ਟਰਮ ਹੁੰਦੀ ਹੈ ਕਿ ਇਹ ਇੱਕ ਸ਼ੁਰੂ ਹੁੰਦੀ ਹੈ ਬਿਮਾਰੀ ਨੱਕ ਤੋਂ ਜੀ, ਫਿਰ ਗਲੇ 'ਚ ਹੋ ਕੇ ਫਿਰ ਛਾਤੀ ਤੱਕ ਪਹੁੰਚਦੀ ਹੈ ਜੀ। ਸੋ ਟੂ ਸਟਾਰਟ ਵਿਦ ਬੰਦੇ ਨੂੰ ਨੱਕ ਦੇ ਸਿੰਪਟਮਸ ਹੁੰਦੇ ਆ, ਜਿਵੇਂ ਕਿ ਤੁਸੀਂ ਸਮਝੋ ਛਿੱਕਾਂ ਆਉਣੀ ਜੀ, ਨੱਕ ਬਹਿਣਾ, ਠੀਕ ਹੈ, ਨੱਕ 'ਚ ਖੁਜਲੀ ਹੋਣਾ, ਨੱਕ ਦਾ ਬਲੌਕ ਹੋਣਾ। ਉਸ ਤੋਂ ਬਾਅਦ ਅਗਰ ਉਹ ਸਟੇਜ ਦੇ ਉੱਤੇ ਇਸ ਦੀ ਰੋਕਥਾਮ ਨਾ ਕੀਤੀ ਜਾਏ ਤਾਂ ਇਹ ਫਿਰ ਸਾਡੇ ਗਲੇ 'ਚ ਆ ਜਾਂਦੀ ਹੈ। ਗਲੇ 'ਚ ਸਾਨੂੰ ਤੁਸੀਂ ਦੇਖ ਰਿਹਾ ਹੋਣਾ ਕਿ ਸੋਰ ਥਰੋਟ ਰਹਿਣੀ, ਬਾਰ-ਬਾਰ ਗਲਾ ਸਾਫ਼ ਕਰਨਾ ਪੈਣਾ, ਖਿੱਚ-ਖਿੱਚ ਗਲੇ ਦੇ ਵਿੱਚ ਰਹਿਣੀ ਜੀ। ਉਸ ਤੋਂ ਬਾਅਦ ਵੀ ਅਗਰ ਅਸੀਂ ਇਹਨੂੰ ਨਾ ਕੰਟਰੋਲ ਕਰੀਏ ਤਾਂ ਇਹ ਛਾਤੀ ਤੇ ਪਹੁੰਚ ਜਾਂਦੀ। ਛਾਤੀ ਤੇ ਪਹੁੰਚਣ ਤੋਂ ਬਾਅਦ ਕੀ ਹੁੰਦਾ ਹੈ ਕਿ ਸਾਨੂੰ ਸਾਹ ਦੀ ਤਕਲੀਫ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹੁਣ ਤੁਹਾਨੂੰ ਨਾ ਤੁਹਾਡੇ ਸਿੰਪਟਮਸ ਦਮੇ ਵੱਲ ਜਾਣੇ ਸ਼ੁਰੂ ਹੋ ਜਾਂਦੇ। ਸੋ ਬੇਸਿਕਲੀ ਇੱਥੇ ਮੈਂ ਲੋਕਾਂ ਨੂੰ ਇਹ ਵੀ ਜਾਗਰੂਕ ਕਰਨਾ ਚਾਹੁੰਦਾ ਹਾਂ ਕਿ ਅਗਰ ਸਾਨੂੰ ਐਲਰਜੀ ਦੀ ਪ੍ਰੋਬਲਮ ਹੈਗੀ ਹੈ ਤੇ ਜਿੰਨੀ ਜਲਦੀ ਇਹਦੀ ਪਹਿਲੀ ਸਟੇਜ ਤੇ ਅਸੀਂ ਇਹਦਾ ਅਗਰ ਕੰਟਰੋਲ ਕਰੀਏ ਔਰ ਇਹਦਾ ਪ੍ਰੋਪਰ ਇਲਾਜ ਕਰੀਏ ਤਾਂ ਇਹ ਅੱਗੋਂ ਦਮੇ ਵੱਲ ਪਰਿਵਰਤਿਤ ਹੋਣ ਤੋਂ ਅਸੀਂ ਇਹਨੂੰ ਰੋਕ ਸਕਦੇ ਹਾਂ। ਅੱਛਾ, ਮਤਲਬ ਜੇ ਇਹਦਾ ਐਲਰਜੀ ਦਾ ਸਹੀ ਟਾਈਮ ਤੇ ਟ੍ਰੀਟਮੈਂਟ ਨਾ ਹੋਵੇ ਤੇ ਇਹ ਦਮਾ ਦੇ ਨਾਲ ਕੁਝ ਹੋਰ ਵੀ ਬਿਮਾਰੀਆਂ 'ਚ ਤਬਦੀਲ ਹੋ ਜਾਂਦੀ ਜੀ? ਐਲਰਜੀ ਕਰਕੇ ਕਈ ਕੰਪਲਿਕੇਸ਼ਨਸ ਅੱਗੋਂ ਹੁੰਦੀਆਂ, ਜਿਵੇਂ ਤੁਸੀਂ ਦੇਖਿਆ ਕਈਆਂ ਨੂੰ ਕੰਨਾਂ ਦੀ ਤਕਲੀਫ ਹੋ ਜਾਂਦੀ ਹੈ, ਕੰਨ ਵਗਣੇ ਸ਼ੁਰੂ ਹੋ ਜਾਂਦੇ ਹੈ, ਔਰ ਕਈ ਵਾਰੀ ਐਲਰਜੀ ਜ਼ਿਆਦਾ ਹੋਣ ਕਰਕੇ ਸਾਨੂੰ ਗਲੇ 'ਚ ਰੁਕਾਵਟ ਪੈਦਾ ਹੋਣੀ ਸ਼ੁਰੂ ਹੋ ਜਾਂਦੀ, ਜਿਸ 'ਚ ਸਾਨੂੰ ਸਨੋਰਿੰਗ ਹੋਣੀ, ਜਿਹਨੂੰ ਖਰਖਰੀ ਕਹਿੰਦੇ ਆ, ਸਾਡੇ ਖਰਾਟੇ ਵੀ ਉਹਦੇ ਕਰਕੇ ਹੋ ਸਕਦੇ ਹੈਗੇ ਆ, ਦਮਾ ਹੋ ਸਕਦਾ ਹੈਗਾ ਵਾ, ਠੀਕ ਹੈ। ਐਲਰਜੀ ਦੇ ਕਈ ਅੱਗੋਂ ਮੈਨੀਫੈਸਟੇਸ਼ਨ, ਕਈ ਕੰਪਲਿਕੇਸ਼ਨਸ ਹੁੰਦੀਆਂ ਜਿਹੜੀਆਂ ਕਿ ਇਹ ਬਣਨੀਆਂ ਸ਼ੁਰੂ ਹੋ ਜਾਂਦੀਆਂ। ਤੇ ਡਾਕਟਰ ਸਾਹਿਬ ਪਛਾਣਨ ਕੀ, ਲੋਕ ਕਿਸ ਤਰ੍ਹਾਂ ਪਛਾਣਨ ਕਿ ਵਾਕਈ ਮੈਨੂੰ ਐਲਰਜੀ ਹੈ ਜਾਂ ਸਿੰਪਲ ਖਾਂਸੀ ਆ ਰਹੀ ਹੈ? ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਕੋਈ ਵੀ ਤੁਹਾਨੂੰ ਅਗਰ ਸਿੰਪਟਮਸ, ਜਿਸ ਤਰ੍ਹਾਂ ਐਲਰਜੀ ਦੇ ਰਿਲੇਟਿਡ ਮੈਂ ਸਿੰਪਟਮਸ ਅੱਗੇ ਵੀ ਕਹੇ, ਮੈਂ ਦੁਬਾਰਾ ਕਹਿਣਾ, ਤੁਹਾਨੂੰ ਛਿੱਕਾਂ ਆਉਂਦੀਆਂ ਵੈ, ਤੁਹਾਡਾ ਨੱਕ ਬਹਿੰਦਾ ਵੈ, ਤੁਹਾਨੂੰ ਨੱਕ 'ਚ ਖੁਜਲੀ ਹੁੰਦੀ ਹੈ, ਤੁਹਾਡਾ ਨੱਕ ਬਲੌਕ ਰਹਿੰਦਾ ਹੈਗਾ, ਤੁਹਾਨੂੰ ਗਲੇ ਦੇ ਵਿੱਚ ਖਿੱਚ-ਖਿੱਚ ਰਹਿੰਦੀ ਹੈ ਜਾਂ ਸਨੋਰਿੰਗ ਹੁੰਦੀ ਹੈ, ਤੁਹਾਨੂੰ ਸਾਹ ਦੀ ਤਕਲੀਫ ਹੁੰਦੀ ਹੈ, ਤੇ ਤੁਸੀਂ ਡਾਕਟਰ ਕੋਲ ਜਾਓ। ਹੋ ਸਕਦਾ ਹੈ ਕਿ ਇਹ ਐਲਰਜੀ ਹੋਵੇ ਜਾਂ ਕੋਈ ਕਿਸੇ ਹੋਰ ਕਾਰਨ ਕਰਕੇ ਹੋਵੇ। ਸੋ ਕਈ ਵਾਰੀ ਸਾਡੇ ਸਿੰਪਟਮਸ ਕਈ ਬਿਮਾਰੀਆਂ ਦੇ ਕਾਮਨ ਹੁੰਦੇ ਜੀ। ਸੋ ਉਹਦੇ ਵਿੱਚ ਡਾਕਟਰ ਕੋਲ ਜਾ ਕੇ ਇਹਦਾ ਐਲਰਜੀ ਦਾ ਟੈਸਟ ਹੁੰਦਾ ਵਾ। ਐਲਰਜੀ ਦਾ ਟੈਸਟ ਜਿਹੜਾ ਹੈਗਾ ਵਾ, ਤੁਸੀਂ ਵੀ, ਮੈਂ ਇੱਥੇ ਇੱਕ ਹੋਰ ਵੀ ਪੁਆਇੰਟ ਆਊਟ ਕਰਾਂਗਾ ਕਿ ਦੇਖੋ ਐਲਰਜੀ ਦੇ ਟੈਸਟ ਅੱਜ ਕੱਲ੍ਹ ਬੜੇ ਕਮਰਸ਼ੀਅਲ ਮਾਰਕੀਟ ਬਣ ਗਈ ਹੋਈ ਹੈ ਜੀ। ਬੜੀਆਂ ਵੱਡੀਆਂ ਐਡਵਰਟਾਈਜ਼ਮੈਂਟ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਕਿ ਐਲਰਜੀ ਦਾ ਟੈਸਟ ਇੰਨੇ ਘੱਟ ਰੇਟ 'ਤੇ, ਉਹ ਰੇਟ 'ਤੇ। ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਲਰਜੀ ਟੈਸਟ ਦੋ ਕਿਸਮ ਦਾ ਹੁੰਦਾ ਵਾ। ਇੱਕ ਹੁੰਦਾ ਵਾ ਸਕਿਨ ਪ੍ਰਿਕ ਟੈਸਟ, ਜਿਹੜਾ ਕਿ ਸਾਡੇ WHO ਨੇ ਵੀ ਕਿਹਾ ਹੈ ਕਿ ਉਹ ਗੋਲਡ ਸਟੈਂਡਰਡ ਟੈਸਟ ਹੈਗਾ। ਨਾਰਮਲੀ ਜਿਹੜੇ ਆ ਅਸੀਂ ਅਖਬਾਰਾਂ 'ਚ ਵੱਡੀਆਂ ਐਡਵਰਟਾਈਜ਼ਮੈਂਟਸ ਪੜ੍ਹਨੇ ਆ, ਉਹਦੇ 'ਚ ਐਲਰਜੀ ਦੇ ਟੈਸਟ ਘੱਟ ਰੇਟਾਂ 'ਤੇ ਜੀ, ਇਹ ਹੈ ਉਹ ਹੈ। ਇਹ ਸਾਰਾ ਜਿਹੜਾ ਹੈਗਾ ਵਾ, ਇਹ ਮੇਨ ਟੈਸਟ ਐਲਰਜੀ ਦਾ ਨਹੀਂ ਹੈ। ਮੈਂ ਇੱਥੇ ਪੁਆਇੰਟ ਆਊਟ ਕਰਨਾ ਚਾਹੁੰਦਾ, ਜਿਹੜਾ ਐਜ਼ ਪਰ ਦੀ ਗਾਈਡਲਾਈਨਸ ਗਿਵਨ ਬਾਏ ਦੀ WHO, ਜਿਹੜਾ ਮੇਨ ਐਲਰਜੀ ਦਾ ਟੈਸਟ ਹੈਗਾ ਉਹ ਸਕਿਨ ਪ੍ਰਿਕ ਟੈਸਟ ਹੈਗਾ, ਜਿਹਦੇ ਵਿੱਚ ਕਿ ਅਸੀਂ ਡਾਇਰੈਕਟ ਆਪਣੀਆਂ ਅੱਖਾਂ ਦੇ ਨਾਲ ਐਲਰਜਨਸ ਦੇਣ ਤੋਂ ਬਾਅਦ ਉਹਦੀ ਰਿਐਕਸ਼ਨ ਦੇਖਣੀ ਹੁੰਦੀ। ਓਕੇ। ਔਰ ਜਿਹੜਾ ਦੂਸਰਾ ਟੈਸਟ ਜਿਹੜਾ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ, ਉਹ ਸਿਰਫ ਤੁਹਾਡੇ ਬਲੱਡ ਦੇ ਵਿੱਚ ਕਿੰਨਾ ਐਂਟੀਬਾਡੀਜ਼ IgE ਲੈਵਲ ਹੈ ਉਹਨੂੰ ਸਿਰਫ ਦੱਸਦਾ ਹੈ। ਉਹ ਕਿ ਕਈ ਵਾਰੀ ਬਹੁਤ ਜ਼ਿਆਦਾ IgE ਲੈਵਲ ਵਧਿਆ ਹੁੰਦਾ ਤੇ ਮੇਰੇ ਕੋਲ ਰਿਪੋਰਟਾਂ ਆਉਂਦੀਆਂ, ਪੇਸ਼ੈਂਟ ਲੈ ਕੇ ਆਉਂਦੇ, ਡਾਕਟਰ ਸਾਹਿਬ ਦੇਖੋ ਬਹੁਤ ਐਲਰਜੀ ਵੱਧ ਗਈ, ਪਰ ਸਾਨੂੰ ਤਕਲੀਫ ਤਾਂ ਇੰਨੀ ਹੈ ਨਹੀਂ, ਸਾਨੂੰ ਇੰਨੀਆਂ ਚੀਜ਼ਾਂ ਤੋਂ ਉਹਨਾਂ ਨੇ ਦੱਸਿਆ ਵੀ ਕੌਫੀ ਨਹੀਂ ਲੈਣੀ, ਚਾਹ ਨਹੀਂ ਲੈਣੀ। ਇਹ ਸਿੰਪਲੀ ਤੁਸੀਂ ਮਿਸਗਾਈਡ ਨਾ ਹੋਵੋ। ਜਿਹੜਾ ਮੇਨ ਟੈਸਟ ਐਲਰਜੀ ਦਾ ਉਹ ਸਕਿਨ ਪ੍ਰਿਕ ਟੈਸਟ ਹੈਗਾ ਵਾ, ਔਰ ਜਿਹੜਾ ਬਲੱਡ ਦਾ ਟੈਸਟ ਹੈਗਾ ਵਾ ਉਹ ਸਾਡਾ ਮੇਨ ਟੈਸਟ ਐਲਰਜੀ ਦਾ ਨਹੀਂ ਹੈਗਾ। ਹਾਂ, ਕੁਝ ਕੇਸਿਸ ਦੇ ਵਿੱਚ ਅਸੀਂ ਉਹ ਵੀ ਨਾਲ ਪੇਸ਼ੈਂਟ ਦਾ ਕਰਾਉਂਦੇ ਹਾਂ, ਬਟ ਇਟ ਇਜ਼ ਨਾਟ ਦੀ ਮੇਨ ਟੈਸਟ। ਐਂਡ ਮਤਲਬ ਕਮਰਸ਼ੀਅਲਾਈਜੇਸ਼ਨ ਜ਼ਿਆਦਾ ਹੋ ਰਹੀ ਹੈ ਦੀ, ਤੇ ਮਤਲਬ ਐਗਜ਼ੈਕਟ ਲੋਕਾਂ ਨੂੰ ਕਿਹਾ ਜਾਏ ਕਿ ਲੋਕਾਂ ਨੂੰ ਭ੍ਰਮਿਤ ਕੀਤਾ ਜਾ ਰਿਹਾ ਹੈ। ਬਿਲਕੁਲ, ਕਿਉਂਕਿ ਉਹ ਮੇਰੇ ਕੋਲ 2 ਵਾਰੀ ਟੈਸਟ ਕਰਾਏ ਆ, IgE ਲੈਵਲ ਡਾਕਟਰ ਸਾਹਿਬ ਸਾਡਾ 3000 ਆ ਗਿਆ ਜੀ, 4000 ਆ ਗਿਆ।
ਇਹ ਤੁਹਾਡੀ ਬਿਮਾਰੀ ਦਾ ਟੈਸਟ ਨਹੀਂ ਹੈਗਾ। ਅੱਛਾ, ਇਹਦੇ ਨਾਲ ਡਾਕਟਰ ਸਾਹਿਬ ਮੈਂ ਚਾਹਾਂਗਾ ਐਡ ਕਰੋ ਵੀ ਕੋਈ ਵੀ ਟੈਸਟ ਜੇ ਕਰਾਉਣਾ ਹੈ ਵੀ ਸਿਰਫ ਕੋਈ ਵਿਗਿਆਪਨ ਦੇਖਣ ਕੇ ਕਰਾਉਣ ਦੀ ਬਜਾਏ ਵੀ ਕਿਸੇ ਜਿਹੜਾ ਸਪੈਸ਼ਲਿਸਟ ਹੈ ਉਹਨੂੰ ਕੰਸਲਟ ਕਰੋ, ਵੀ ਉਹ ਤੁਹਾਨੂੰ ਦੱਸੇਗਾ ਵੀ ਤੁਹਾਡੇ ਲਈ ਕਿਹੜਾ ਟੈਸਟ ਕਰਵਾਉਣਾ ਇੰਪੋਰਟੈਂਟ ਹੈ ਤੇ ਕਿਹੜਾ ਨਹੀਂ। ਹੁਣ ਦੇਖੋ, ਮੈਂ ਤੁਹਾਨੂੰ ਸਿੰਪਲ ਗੱਲ ਕਰਨਾ ਕਿ ਜਿਵੇਂ ਮੈਂ ਕਿਹਾ ਅੱਗੇ ਕਿ ਐਲਰਜੀ ਦੇ ਸਿੰਪਟਮਸ ਹੁੰਦੇ ਆ, ਛਿੱਕਾਂ, ਨੱਕ ਬਹਿਣਾ, ਸਾਰੇ ਤੇ ਇਹੀ ਸਿੰਪਟਮਸ ਕਈ ਹੋਰ ਬਿਮਾਰੀਆਂ ਦੇ ਹੁੰਦੇ ਜਿਹੜੀਆਂ ਨਾਨ ਐਲਰਜੀਕ ਹੁੰਦੀਆਂ ਜੀ। ਸੋ ਪੇਸ਼ੈਂਟ ਉਸੇ ਆੜ ਦੇ ਵਿੱਚ ਆਪਣੇ ਟੈਸਟ ਕਰਵਾਈ ਜਾਂਦਾ, ਪੈਸਾ ਖਰਚ ਕਰੀ ਜਾਂਦਾ, ਜਦੋਂ ਕਿ ਉਹਨੂੰ ਕੋਈ ਰਿਜ਼ਲਟ ਨਹੀਂ ਮਿਲਦਾ। ਅਲਟੀਮੇਟਲੀ ਉਹ ਫਰਸਟ੍ਰੇਟ ਹੋ ਕੇ ਕਹਿ ਦਿੰਦਾ ਕਿ ਯਾਰ ਮੇਰੀ ਐਲਰਜੀ ਤਾਂ ਜਾਂਦੀ ਨਹੀਂ। ਸੋ ਬੇਸਿਕਲੀ ਜਦ ਤੱਕ ਅਸੀਂ ਦੇਖੋ ਜੇ ਕਿਸੇ ਮੰਜ਼ਿਲ ਤੇ ਪਹੁੰਚਣਾ ਤੇ ਰਸਤਾ ਸਹੀ ਹੋਣਾ ਚਾਹੀਦਾ। ਸੋ ਬੇਸਿਕਲੀ ਸਭ ਤੋਂ ਪਹਿਲਾ ਸਟੈਪ ਹੈ ਕਿ ਤੁਸੀਂ ਡਾਕਟਰ ਕੋਲ ਜਾ ਕੇ ਕਲੀਅਰ ਕਰਾਓ ਕਿ ਤੁਹਾਨੂੰ ਐਲਰਜੀ ਹੈ ਕਿ ਨਾਨ ਐਲਰਜੀ ਕਰਕੇ ਸਿੰਪਟਮ ਹੈ। ਉਸ ਤੋਂ ਬਾਅਦ ਜਿਹੜਾ ਡਾਕਟਰ ਰਿਕਮੈਂਡ ਕਰਦਾ ਟੈਸਟ ਉਹਨੂੰ ਕਰਾਓ, ਨਾ ਕਿ ਜਿਹੜਾ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਜਾਂ ਕਮਰਸ਼ੀਅਲ ਤੁਸੀਂ ਐਂਗਲ ਤੋਂ ਟੈਸਟ ਦੇਖਦੇ ਹੋ, ਉਹਦੀ ਕੋਈ ਰੈਲੇਵੈਂਸ ਹੈ ਨਹੀਂ। ਅੱਛਾ ਡਾਕਟਰ ਸਾਹਿਬ, ਜਿਹੜਾ ਤੁਸੀਂ ਮਾਈਟਸ ਕਿਹਾ, ਜਿਹੜੀ ਇੰਡੋਰ ਮਾਈਟਸ ਹੈ, ਉਹਨਾਂ ਤੋਂ ਬਚਣ ਵਾਸਤੇ ਕੁਝ ਕੀਤਾ ਜਾ ਸਕਦਾ ਜੀ? ਦੇਖੋ, ਜਿਹੜੀ ਗੱਲ ਹੈਗੀ ਹੈ ਕਿ ਜਿਹੜੀਆਂ ਮਾਈਟਸ ਹੁੰਦੀਆਂ, ਮੈਂ ਨੰਬਰ 1 ਇਹ ਹੈ ਵੀ ਇਹਨਾਂ ਤੋਂ ਗੈਟ ਰਿਡ ਆਫ ਹੋਣਾ, ਇਹਨਾਂ ਤੋਂ ਬਚਣਾ ਬਹੁਤ ਮੁਸ਼ਕਿਲ ਹੈ। ਪਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਕਰ ਸਕਦੇ ਹਾਂ, ਜਿਨ੍ਹਾਂ ਤੋਂ ਅਸੀਂ ਇਹਨਾਂ ਤੋਂ ਐਕਸਪੋਜ਼ਰ ਦਾ ਕੁਆਂਟੀਟੀ ਘਟਾ ਸਕਦੇ ਹਾਂ, ਸਾਨੂੰ ਘੱਟ ਮਾਤਰਾ 'ਚ ਹੀ ਮਿਲਣ। ਜਿਵੇਂ ਕਿ ਤੁਸੀਂ ਦੇਖੋ, ਮੈਂ ਚਾਹੁੰਦਾ ਕਿ ਤੁਸੀਂ ਆਪਣੇ ਜਿਹੜੀਆਂ ਤੁਹਾਡੀਆਂ ਬੈੱਡ ਸ਼ੀਟਸ ਹੈ ਜਾਂ ਪਿੱਲੋ ਕਵਰਸ ਹੈ ਜਾਂ ਕੋਈ ਵੀ ਤੁਹਾਡੇ, ਇਹਨਾਂ ਨੂੰ ਹਫ਼ਤੇ ਬਾਅਦ ਇੱਕ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਧੁੱਪ 'ਚ ਸੁਕਾ ਲਓ ਜੀ। ਠੀਕ ਹੈ। ਦੂਸਰੀ ਗੱਲ, ਆਪਣੇ ਕਮਰੇ 'ਚ ਉਹ ਚੀਜ਼ਾਂ ਨਾ ਰੱਖੋ ਜਿਨ੍ਹਾਂ ਦੇ ਜਿਹੜੀਆਂ ਕਿ ਮੈਕਸਿਮਮ ਇਸ ਮਾਈਟਸ ਨੂੰ ਖਿੱਚਦੀਆਂ ਆਪਣੇ ਵੱਲ, ਜਿਵੇਂ ਕਿ ਕਾਰਪੈਟਸ ਹੈ, ਮੈਟਰਸਿਸ ਹੈ, ਤੁਹਾਡੇ ਕਰਟਨਸ ਹੈ, ਇਹ ਵਾਲੀਆਂ ਚੀਜ਼ਾਂ ਤੁਸੀਂ ਕਮਰੇ 'ਚ ਨਾ ਰੱਖੋ। ਤੀਸਰੀ ਗੱਲ, ਤੁਹਾਡੇ ਕਮਰੇ ਦੇ ਵਿੱਚ ਕੋਸ਼ਿਸ਼ ਕਰੋ ਕਿ ਡਾਇਰੈਕਟ ਸਨਲਾਈਟ ਜ਼ਰੂਰ ਆਵੇ। ਇਹ 3 ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਅਸੀਂ ਹਾਊਸ ਡਸਟ ਮਾਈਟ ਦੀ ਕੁਆਂਟੀਟੀ ਘਟਾ ਸਕਦੇ ਹਾਂ। ਪਰ ਬਿਲਕੁਲ ਆਪਾਂ ਕਹੀਏ ਵੀ ਆਪਣੇ ਬੈਡਰੂਮ 'ਚੋਂ ਇਹਨਾਂ ਨੂੰ ਬਾਹਰ ਕੱਢ ਦਈਏ, ਉਹ ਪੋਸੀਬਲ ਨਹੀਂ ਹੈਗਾ। ਅੱਛਾ ਡਾਕਟਰ ਸਾਹਿਬ, ਕਿਆ ਪੋਲਿਊਸ਼ਨ ਵੀ ਜਿਹੜਾ ਵੱਧ ਰਿਹਾ ਬਹੁਤ ਜ਼ਿਆਦਾ, ਦੇਖੋ ਤੜ ਪੇੜ ਕੱਟ ਦਿੱਤੇ, ਕੰਕਰੀਟ ਦੇ ਸ਼ਹਿਰ ਬਣ ਗਏ ਨੇ, ਪੋਲਿਊਸ਼ਨ ਵੱਧ ਰਿਹਾ ਲਗਾਤਾਰ। ਕੀ ਐਲਰਜੀ ਦਾ ਇੱਕ ਕਾਰਨ ਵੱਧਦਾ ਪੋਲਿਊਸ਼ਨ ਵੀ ਹੈ? ਦੇਖੋ ਬਹੁਤ ਸਾਰੇ, ਦੇਖੋ ਅਸੀਂ ਦੇਖਦੇ ਹੀ ਹਾਂ ਜੀ, ਕੋਈ ਆਟੋਜ਼ ਹੈ, ਕੋਈ ਮਿੱਟੀ ਦਾ ਤੇਲ ਪਾ ਕੇ ਚਲਾਈ ਜਾਂਦਾ ਹੈ, ਧੂਆਂ ਕਾਲਾ ਮਾਰਦੇ ਹੈ, ਮਤਲਬ ਉਹ ਖਿਲਵਾੜ ਹੋ ਰਿਹਾ ਲੋਕਾਂ, ਉਹ ਵੀ ਇੱਕ ਰੀਜ਼ਨ ਹੈ। ਦੇਖੋ, ਇਸ ਤਰ੍ਹਾਂ ਹੈਗਾ ਵੈ ਕਿ ਸਾਡੀ ਨੇਚਰ ਸਾਨੂੰ ਬਹੁਤ ਚੀਜ਼ਾਂ ਤੋਂ ਬਚਾਉਂਦੀ ਹੈ ਜੀ। ਸੋ ਨੇਚਰ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਾਨੂੰ ਕਈ ਬਿਮਾਰੀਆਂ ਤੋਂ ਰੋਕਣ ਦਾ ਇੱਕ ਬਹੁਤ ਵੱਡਾ ਸਾਧਨ ਹੈ, ਜਿਹਨੂੰ ਕਿ ਸਾਨੂੰ ਬਚਾ ਕੇ ਰੱਖਣਾ ਚਾਹੀਦਾ ਜੀ। ਬਹੁਤ ਜ਼ਿਆਦਾ ਤੁਸੀਂ ਦੇਖੋ, ਹੁਣ ਜੇ ਮੰਨ ਲਓ ਅਸੀਂ ਆਟੋਮੋਬਾਈਲਸ ਦੀ ਗੱਲ ਕੀਤੀ, ਧੂਆਂ ਛੱਡਦੇ, ਉਹ ਧੂਆਂ ਨੂੰ ਫਿਲਟਰ ਕਰਨ ਵਾਸਤੇ ਕਿਹੜੀਆਂ ਚੀਜ਼ਾਂ? ਕੁਦਰਤ, ਦਰਖਤ। ਸੋ ਕਈ ਚੀਜ਼ਾਂ ਕੁਦਰਤ ਦੇ ਫਿਲਟਰ ਜਿਹੜੇ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਦਰਖਤ ਕਹਿ ਲਓ ਜਾਂ ਵਰਤੇ ਆਪਾਂ, ਉਹ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈਗਾ ਵਾ। ਬਾਕੀ ਜਿਹੜਾ ਐਲਰਜੀ ਹੈ ਉਹ ਇੱਕ ਥੋੜਾ ਜਿਹਾ ਹਟ ਕੇ ਟੌਪਿਕ ਹੋ ਜਾਂਦਾ। ਇਹ ਪੋਲਿਊਸ਼ਨਸ ਜਿਹੜੇ ਇਰੀਟੈਂਟਸ ਹੈ ਉਹ ਅਲੱਗ ਚੀਜ਼ ਹੈ। ਹਾਂ। ਅੱਛਾ, ਉਹਦੇ ਨਾਲ ਐਲਰਜੀ ਨਾਲ ਉਹਦਾ ਕੋਈ ਤਾਲੁਕ? ਡਾਕਟਰ ਸਾਹਿਬ, ਹੁਣ ਜਿਵੇਂ ਪੇਸ਼ੈਂਟ, ਜਿਵੇਂ ਕਟਾਈ ਹੋਣੀ ਹੈ, ਫਸਲ ਦੀ ਕਟਾਈ ਹੋਣੀ ਹੈ, ਉਹਦੇ ਨਾਲ ਐਲਰਜੀ ਦੇ ਪੇਸ਼ੈਂਟ ਵਧਣਗੇ, ਇਹਨੂੰ ਕੋਰਿਲੇਟ ਕੀਤਾ ਜਾ ਸਕਦਾ? ਦੇਖੋ, ਜਿਹੜੇ ਹੁੰਦੇ ਨਾ, ਜਿਹੜੇ ਦੂਸਰੇ ਜਿਵੇਂ ਹੁਣ ਕਟਾਈ ਵੇਲੇ ਚੀਜ਼ਾਂ ਆਉਣੀਆਂ, ਉਹ ਇੱਕ ਅਲੱਗ ਤਰ੍ਹਾਂ ਦਾ ਨੀਮੋਨਾਈਟਸ ਹੁੰਦਾ, ਜਿਹਨੂੰ ਅਸੀਂ ਹਾਈਪਰ ਸੈਂਸਿਟਿਵਿਟੀ ਨੀਮੋਨਾਈਟਸ ਕਹਿ ਦਿੰਦੇ ਹਾਂ। ਜਿਵੇਂ ਤੁਸੀਂ ਦੇਖੋ, ਕਣਕ ਮੰਡੀਆਂ ਜਾਣੀ ਹੈ, ਝੋਨਾ ਮੰਡੀਆਂ ਜਾਣਾ ਹੈ, ਉਸ ਟਾਈਮ ਉਸ ਏਰੀਏ ਦੇ ਵਿੱਚ ਹਵਾ ਦੇ ਵਿੱਚ ਇੰਨੀ ਕੁ ਜ਼ਿਆਦਾ ਉਹ ਚੀਜ਼ਾਂ ਹੋ ਜਾਂਦੀਆਂ ਜਿਹਨੂੰ ਅਸੀਂ ਥਰਮੋਮਾਈਸੀਟਸ ਕਹਿੰਦੇ ਹੈਗੇ ਆ, ਜਿਹੜੇ ਕਿ ਫੰਗਸ ਹੁੰਦੀ। ਬੇਸਿਕਲੀ ਉਹ ਫੰਗਸ ਜਿਹੜੀ ਹੈਗੀ ਆ, ਉਹ ਤੁਹਾਡੇ ਹਵਾ ਦੇ ਨਾਲ ਫੇਫੜਿਆਂ 'ਚ ਜਾਂਦੀ ਹੈ ਔਰ ਫੇਫੜਿਆਂ ਦੇ ਵਿੱਚ ਜਾ ਕੇ ਅਲੱਗ ਤਰ੍ਹਾਂ ਦੀ ਬਿਮਾਰੀ ਕਰਦੀ। ਉਹ ਮਤਲਬ ਇੱਕ ਟਾਈਪ 4 ਹਾਈਪਰ ਸੈਂਸਿਟਿਵਿਟੀ ਰਿਐਕਸ਼ਨ ਹੁੰਦੀ ਹੈ। 4 ਤਰ੍ਹਾਂ ਦੀਆਂ ਰਿਐਕਸ਼ਨ ਹੁੰਦੀਆਂ। ਜਿਹੜੀ ਐਲਰਜੀ ਹੁੰਦੀ ਹੈ ਉਹ ਟਾਈਪ 1 ਹੁੰਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਵੇਂ ਮੰਡੀਆਂ ਦੇ ਵਿੱਚ ਕਣਕ ਆਉਣੀ ਹੈ, ਝੋਨਾ ਆਉਣਾ, ਉਹ ਇੱਕ ਟਾਈਪ 4 ਰਿਐਕਸ਼ਨ ਹੁੰਦੀ ਹੈ। ਐਲਰਜੀ ਦੇ ਨਾਲ ਮਿਲਦੀ ਜੁਲਦੀ ਬਿਮਾਰੀ ਹੈ, ਪਰ ਐਲਰਜੀ ਤੋਂ ਥੋੜਾ ਹਟ ਕੇ। ਡਾਕਟਰ ਸਾਹਿਬ, ਕੋਈ ਸਪੈਸੀਫਿਕ ਏਜ ਬੱਚਿਆਂ 'ਚ ਵੀ ਐਲਰਜੀ ਹੋ ਰਹੀ ਹੈ ਜਾਂ ਕਿਸੇ ਏਜ 'ਚ ਐਲਰਜੀ ਹੋਣ 'ਚ ਜ਼ਿਆਦਾ ਸੰਭਾਵਨਾ ਹੈ? ਦੇਖੋ, ਐਲਰਜੀ ਦੇ ਕੋਈ ਏਜ ਨਹੀਂ ਹੈ, ਕਿਸੇ ਵੀ ਏਜ ਦੇ ਵਿੱਚ ਹੋ ਸਕਦੀ ਹੈ। ਹੋ ਸਕਦਾ ਹੈ ਤੁਹਾਨੂੰ ਕਦੀ ਐਲਰਜੀ ਦਾ ਪਹਿਲਾ ਅਟੈਕ ਨਾ ਆਵੇ ਤੇ ਪਹਿਲਾ ਅਟੈਕ ਹੀ ਤੁਹਾਨੂੰ 25-30 ਸਾਲ ਦੀ ਉਮਰ 'ਚ ਆਵੇ, ਜਾਂ ਇਹ ਬਚਪਨ ਤੋਂ ਸ਼ੁਰੂ ਹੋ ਜਾਏ। ਇਹ ਸਾਰਾ ਸਾਡੇ ਜੈਨੇਟਿਕ ਮੈਪ ਅਪ ਦੇ ਉੱਤੇ ਹੈ ਕਿ ਸਾਨੂੰ ਪੇਰੈਂਟਸ ਕੋਲੋਂ ਕਿੰਨੀ ਮਿਲਦੀ ਹੈ, ਸਾਨੂੰ ਇਕੱਲੇ ਮਦਰ ਕੋਲ ਮਿਲਦੀ ਹੈ, ਸਾਨੂੰ ਫਾਦਰ ਕੋਲੋਂ ਵੀ ਨਾਲ ਮਿਲਦੀ ਹੈ। ਸੋ ਕਿੱਦਾਂ ਦੀ ਤੁਹਾਡੀ ਅੰਦਰ ਸਟਰਕਚਰ ਬਣਿਆ, ਉਹਦੇ ਹਿਸਾਬ ਨਾਲ ਇਹਦੇ ਐਲਰਜੀ ਦੇ ਹੁੰਦੇ। ਅੱਛਾ ਡਾਕਟਰ ਸਾਹਿਬ, ਕਿਆ ਐਲਰਜੀ ਦਾ ਟੈਸਟ ਹਰ ਬੰਦੇ ਨੂੰ ਕਰਾਉਣਾ ਚਾਹੀਦਾ ਹੈ ਤਾਂ ਕਿ ਉਹਨੂੰ ਪਤਾ ਚੱਲ ਜਾਏ ਵੀ ਮੈਨੂੰ ਇਹ ਵੀ ਪਤਾ ਚੱਲ ਜਾਏ ਕਿਆ ਖਾਣਾ ਚਾਹੀਦਾ, ਕਿਆ ਨਹੀਂ ਖਾਣਾ ਚਾਹੀਦਾ? ਇੱਕ ਐਡੀਸ਼ਨ, ਇੱਕ ਤਾਂ ਤੁਸੀਂ ਜਿਵੇਂ ਦੱਸਤਾ ਜੀ ਵੀ ਕਿਸੇ ਇਸ਼ਤਿਹਾਰਾਂ ਦੇ ਮਗਰ ਨਾ ਜਾ ਕੇ ਕਿਸੇ ਡਾਕਟਰ ਨਾਲ ਸੰਪਰਕ ਕੀਤਾ ਜਾਏ,
ਵੀ ਕਿਆ ਪ੍ਰੀਕਾਸ਼ਨਰੀ ਬੰਦੇ ਨੂੰ ਕਰਾਉਣਾ ਚਾਹੀਦਾ ਜਾਂ ਸਿਰਫ ਉਹਨਾਂ ਨੂੰ ਕਰਾਉਣਾ ਚਾਹੀਦਾ ਜਿਨ੍ਹਾਂ ਨੂੰ ਖਾਂਸੀ ਜਾਂ ਸਾਹ ਦੀ ਤਕਲੀਫ ਹੈ? ਨਹੀਂ, ਹਰ ਬੰਦੇ ਨੂੰ ਕਰਾਉਣ ਦੀ ਲੋੜ ਨਹੀਂ ਹੈ। ਨੰਬਰ 1, ਸਿਰਫ ਸਭ ਤੋਂ ਪਹਿਲਾ ਸਟੈਪ ਹੁੰਦਾ ਕਿ ਪੇਸ਼ੈਂਟ ਦੀ ਹਿਸਟਰੀ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਪੇਸ਼ੈਂਟ ਨੂੰ ਅਲਰਜੀ ਹੈ ਕਿ ਨਹੀਂ ਹੈ। ਅਗਰ ਤੁਹਾਡੀ ਹਿਸਟਰੀ ਸੁਜੈਸਟਿਵ ਹੈਗੀ ਹੈ ਕਿ ਤੁਹਾਨੂੰ ਅਲਰਜੀ ਹੈ, ਉਸ ਤੋਂ ਬਾਅਦ ਉਹਨਾਂ ਪੇਸ਼ੈਂਟਸ ਨੂੰ ਹੀ ਅਲਰਜੀ ਟੈਸਟ ਕਰਵਾਉਣਾ ਚਾਹੀਦਾ। ਮੈਂ ਇਹਦੇ 'ਚ ਇਹ ਦੇਖੋ, ਤੁਸੀਂ ਅਖਬਾਰਾਂ 'ਚ ਐਡ ਦਿੰਦੇ ਹੋ, ਲੇਮੈਨ ਵੀ ਉਹ ਅਖਬਾਰ ਪੜ੍ਹਦਾ, ਝੱਟ ਅਲਰਜੀ ਟੈਸਟ ਕਰਾਉਣ ਚਲੇ ਜਾਂਦਾ। ਸੋ ਪੈਸੇ ਉੱਥੇ ਖਰਚ ਕੇ ਵਾਪਸ ਆ ਜਾਂਦੇ ਕਿ ਯਾਰ ਇੰਨੀਆਂ ਚੀਜ਼ਾਂ ਤੋਂ ਕੱਟਦਾ, ਮੈਂ ਤੇ ਇੰਨੀਆਂ ਚੀਜ਼ਾਂ ਕਿੰਨੇ ਸਾਲਾਂ ਤੋਂ ਵਰਤ ਲਿਆ, ਮੈਨੂੰ ਤਾਂ ਕਦੀ ਕੋਈ ਤਕਲੀਫ ਨਹੀਂ ਹੋਈ। ਸੋ ਇੱਕ ਤਰ੍ਹਾਂ ਦਾ ਸਾਨੂੰ ਸੁਸਾਇਟੀ ਨੂੰ ਵੀ ਉਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਉਹਨਾਂ ਨੂੰ ਐਕਚੁਅਲ ਬੈਨੀਫਿਟ ਹੋਣਾ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੇਖੋ ਕਰੀਬ ਮੇਰੇ ਖਿਆਲ 25-30 ਸਾਲ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਇੱਥੇ, ਤੁਸੀਂ ਇੱਕ ਤਾਂ ਅਲਰਜੀ ਦੇ ਇਲਾਜ ਵਾਸਤੇ ਤੁਸੀਂ ਦੱਸਿਆ ਇੱਕ ਤਾਂ ਟੈਸਟ ਕਰਾ ਰਹੇ ਹੋ, ਹੋਰ ਕਿਆ ਇੱਥੇ ਹਸਪੀਟਲ 'ਚ ਫੈਸਿਲਿਟੀ ਹੈਗੀ ਜਿਹੜਾ ਤੁਸੀਂ ਅਲਰਜੀ ਦੇ ਪੇਸ਼ੈਂਟਸ ਨੂੰ ਠੀਕ ਕਰ ਰਹੇ ਹੋ? ਦੇਖੋ, ਜਿਹੜਾ ਅਲਰਜੀ ਦਾ ਅਸੀਂ ਹੁਣ ਤੱਕ ਗੱਲ ਕੀਤੀ ਉਹਦੇ ਸਿੰਪਟਮਸ ਦੀ ਟੈਸਟ ਦੀ, ਮੈਂ ਹੁਣ ਗੱਲ ਕਰਾਂਗਾ ਅਲਰਜੀ ਦਾ ਇਲਾਜ ਬਾਰੇ। ਜੀ ਦੇਖੋ, ਜਿਹੜਾ ਅਲਰਜੀ ਦਾ ਇਲਾਜ ਹੈ 2 ਤਰ੍ਹਾਂ ਦਾ ਹੁੰਦਾ ਵਾ। ਇੱਕ ਇਲਾਜ ਹੁੰਦਾ ਵਾ ਕਿ ਜਿਹਦੇ 'ਚ ਅਸੀਂ ਮਰੀਜ਼ ਦੇ ਸਿਰਫ ਸਿੰਪਟਮਸ ਕੰਟਰੋਲ ਕਰਨੇ। ਜਿਵੇਂ ਮੰਨ ਲਓ ਕਿ ਕਿਸੇ ਨੂੰ ਛਿੱਕਾਂ ਜ਼ੁਕਾਮ ਜਾਂ ਕੁਛ ਆਉਂਦਾ ਤੇ ਅਸੀਂ ਕੁਛ ਦਵਾਈਆਂ ਉਹਨਾਂ ਨੂੰ ਦੇ ਦਿੰਦੇ ਹਾਂ। ਉਹ ਦਵਾਈਆਂ ਜਿੰਨੀ ਦੇਰ ਪੇਸ਼ੈਂਟ ਵਰਤਦਾ ਉਹਦੀ ਤਕਲੀਫ ਰੁਕੀ ਰਹਿੰਦੀ ਹੈ, ਪਰ ਅਲਟੀਮੇਟਲੀ ਜਦੋਂ ਉਹ ਦਵਾਈਆਂ ਬੰਦ ਕਰਦਾ ਉਹਨੂੰ ਫਿਰ ਉਹੀਓ ਸਿੰਪਟਮ ਸ਼ੁਰੂ ਹੋ ਜਾਂਦੇ। ਮਤਲਬ ਬਿਮਾਰੀ ਨੂੰ ਦਬਾ ਦਿੱਤਾ ਜਾਂਦਾ ਹੈ, ਖਤਮ ਨਹੀਂ ਕੀਤਾ। ਸਿੰਪਟੋਮੈਟਿਕ ਟ੍ਰੀਟਮੈਂਟ ਹੈਗੀ ਹੈ। ਦੂਸਰੀ ਟ੍ਰੀਟਮੈਂਟ ਹੈਗੀ ਹੈ ਜਿਹੜੀ ਕਿ ਹੁਣ WHO ਨੇ ਵੀ ਰੈਕੋਗਨਾਈਜ਼ ਕਰਤੀ ਹੈ, USA ਦੇ ਵਿੱਚ ਵੀ ਇਹ ਸ਼ੁਰੂ ਹੋ ਗਈ ਹੈ, ਬਾਕੀ ਕਈ ਕੰਟਰੀਜ਼ ਦੇ ਵਿੱਚ ਸ਼ੁਰੂ ਹੋ ਗਈ ਹੈ। ਉਹਨੂੰ ਕਹਿੰਦੇ ਇਮਿਊਨੋਥੈਰੇਪੀ। ਉਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਮਰੀਜ਼ ਦੀ ਐਲਰਜੀ ਦੇ ਜੜ ਦੇ ਕਾਰਨ ਤੱਕ ਜਾਂਦੇ ਹਾਂ, ਉਹਦਾ ਟੈਸਟ ਕਰਕੇ। ਉਸ ਤੋਂ ਬਾਅਦ ਜਿਹੜੀ ਇਮਿਊਨੋਥੈਰੇਪੀ ਟ੍ਰੀਟਮੈਂਟ ਹੁੰਦੀ ਹੈ ਉਹਦੇ ਵਿੱਚ ਅਸੀਂ ਉਹਦੀਆਂ ਜਿਹੜੀਆਂ ਪੋਜ਼ੀਟਿਵ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਉਹਦੇ ਵਿੱਚ ਹੌਲੀ ਹੌਲੀ ਉਹਦਾ ਟ੍ਰੀਟਮੈਂਟ ਕਰਕੇ ਕੁਝ ਦਵਾਈਆਂ ਉਹਦੇ ਵਿੱਚ ਦੇ ਕੇ ਅਲਰਜੈਂਸ ਦੀ ਅਸੀਂ ਗ੍ਰੇਡਡ ਉਹਨੂੰ ਅਮਾਊਂਟ ਦੇ ਕੇ ਉਹਦੀ ਬਾਡੀ ਦੇ ਵਿੱਚ ਇੱਕ ਟੋਲਰੈਂਸ ਬਣਾ ਦਿੰਦੇ ਹਾਂ। ਟੋਲਰੈਂਸ ਦਾ ਮਤਲਬ ਹੁੰਦਾ ਹੈ ਕਿ ਜੇ ਉਹ ਕੱਲ੍ਹ ਨੂੰ ਉਹਨਾਂ ਚੀਜ਼ਾਂ ਨੂੰ ਐਕਸਪੋਜ਼ ਵੀ ਕਰਦਾ ਹੈ ਤੇ ਉਹਦੀ ਬਾਡੀ 'ਚ ਰਿਐਕਸ਼ਨ ਨਹੀਂ ਹੁੰਦਾ, ਉਹਨੂੰ ਛਿੱਕਾਂ ਜ਼ੁਕਾਮ ਨਹੀਂ ਲੱਗਦਾ, ਉਹਦੀ ਇਮਿਊਨਿਟੀ ਵਧਾ ਦਿੱਤੀ ਜਾਂਦੀ। ਅੱਛੀ ਥੈਰੇਪੀ ਵੀ ਉਹਨਾਂ ਅਵੇਲੇਬਲ ਹੈ। ਬਿਲਕੁਲ, ਉਹ ਟੋਲਰੈਂਸ ਡਿਵੈਲਪ ਕਰ ਜਾਂਦਾ ਉਸ ਇਲਾਜ ਦੇ ਨਾਲ, ਜਿਹੜਾ ਕਿ ਮੇਨ ਕਿਉਰ ਹੈ। ਇੱਕ ਹੈਗਾ ਕੰਟਰੋਲ, ਇੱਕ ਹੈਗਾ ਕਿਉਰ। ਕੰਟਰੋਲ ਹੁੰਦਾ ਕਿ ਜਿਹੜੀਆਂ ਅਸੀਂ ਦਵਾਈਆਂ ਦੇ ਕੇ ਉਹਦੇ ਸਿੰਪਟਮਸ ਕੰਟਰੋਲ ਕੀਤੇ। ਜਿਹੜਾ ਮੇਨ ਇਲਾਜ ਹੈ ਇਮਿਊਨੋਥੈਰੇਪੀ ਦਾ, ਜਿਹੜਾ ਅਸੀਂ ਇੱਥੇ ਆਪਣੇ ਹਸਪੀਟਲ 'ਚ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਉਹਦੇ ਇਮਿਊਨੋਥੈਰੇਪੀ ਕਰਨੇ ਆ, ਉਹਦੇ ਵਿੱਚ ਉਹਦੀ ਬਾਡੀ 'ਚ ਟੋਲਰੈਂਸ ਡਿਵੈਲਪ ਹੋ ਜਾਂਦੀ ਔਰ ਪਰਮਾਨੈਂਟਲੀ ਉਹ ਠੀਕ ਹੋ ਜਾਂਦਾ। ਡਾਕਟਰ ਗਲਾਸ ਵਾਲਾ ਵੀ ਕਿਆ ਦਾ ਕੋਈ ਖਾਣ ਪਾਣ ਦੇ ਨਾਲ ਵੀ, ਕੋਈ ਖਾਣੇ ਪੀਣੇ ਨਾਲ ਵੀ ਕੋਈ ਸੰਬੰਧ ਹੈਗਾ ਐਲਰਜੀ ਦਾ? ਬਿਲਕੁਲ। ਤੇ ਜੇ ਹੈਗਾ ਤੇ ਉਹਦਾ ਕੀ ਇਲਾਜ ਹੈ ਜੀ? ਦੇਖੋ, ਐਲਰਜੀ ਜਿਵੇਂ ਮੈਂ ਕਿਹਾ ਕਿ ਜਿਵੇਂ ਸਾਡੇ ਛਾਤੀ ਦੀ ਐਲਰਜੀ ਜ਼ਿਆਦਾ ਹੁੰਦੀ ਹਵਾ ਤੋਂ, ਕਈਆਂ ਨੂੰ ਫੂਡ ਐਲਰਜੀ ਹੁੰਦੀ। ਫੂਡ ਐਲਰਜੀ ਜਿਹੜੀ ਹੈਗੀ ਜ਼ਿਆਦਾਤਰ ਜਿਵੇਂ ਬੱਚਿਆਂ ਨੂੰ ਹੁੰਦੀ ਹੈ ਜਾਂ ਕੁਝ ਅਡਲਟਸ ਦੇ ਵਿੱਚ ਹੁੰਦੀ ਹੈ ਜੀ। ਉਹਦੇ ਵਿੱਚ ਕਈ ਐਸੇ ਫੂਡਸ ਹੈ ਜਿਨ੍ਹਾਂ ਤੋਂ ਜਦੋਂ ਅਸੀਂ ਬਾਡੀ 'ਚ ਖਾਂਦੇ ਆ ਤਾਂ ਉਹਦੇ ਵਿੱਚ ਉਹ ਟਾਈਪ 1 ਰਿਐਕਸ਼ਨ ਹੁੰਦੀ ਹੈ ਤੇ ਸਾਡੇ ਅਲਰਜਿਕ ਮੈਨੀਫੈਸਟੇਸ਼ਨ ਹੁੰਦੀ ਹੈ ਜੀ। ਉਹਦੇ ਵਿੱਚ ਮੇਨ ਅਸੀਂ ਫੂਡ ਐਲਰਜੀ ਦਾ ਟੈਸਟ ਵੀ ਕਰਦੇ ਹਾਂ। ਫੂਡ ਐਲਰਜੀ 'ਚ ਉਹਦਾ ਕਾਰਨ ਲੱਭ ਕੇ ਉਸ ਚੀਜ਼ ਦਾ ਅੱਗੋਂ ਪ੍ਰੋਪਰ ਇਮਿਊਨੋਥੈਰੇਪੀ ਦੇ ਨਾਲ ਟ੍ਰੀਟਮੈਂਟ ਵੀ ਹੁੰਦਾ ਵਾ ਔਰ ਪੇਸ਼ੈਂਟ ਠੀਕ ਵੀ ਹੋਏਗਾ। ਕਿੰਨੀ ਦੇਰ ਡਾਕਟਰ ਸਾਹਿਬ ਕਰਾਉਣਾ ਪੈਂਦਾ ਉਹਨੂੰ ਟ੍ਰੀਟਮੈਂਟ? ਜਿਹੜਾ ਦੇਖੋ ਇਮਿਊਨੋਥੈਰੇਪੀ ਦਾ ਟ੍ਰੀਟਮੈਂਟ ਹੈ ਉਹਦਾ ਡਿਊਰੇਸ਼ਨ ਜਿਹੜਾ ਐਜ਼ ਪਰ ਸਪੈਸੀਫਾਈਡ ਬਾਈ WHO ਉਹ ਹੈਗਾ 2 ਤੋਂ 3 ਸਾਲ। ਸੋ ਕਈ ਪੇਸ਼ੈਂਟਸ ਨੂੰ ਜਲਦੀ ਵੀ ਰਿਲੀਫ ਮਿਲ ਜਾਂਦਾ ਹੈ, ਕਈਆਂ ਨੂੰ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਵੀ ਲੱਗ ਜਾਂਦਾ ਹੈ, ਪਰ ਇਹ ਹੈ ਵੀ ਇਹ ਇਲਾਜ ਪੇਸ਼ੈਂਟ ਆਪਣਾ ਘਰ ਬੈਠੇ ਕਰਾ ਸਕਦਾ ਹੈ। ਦੂਸਰੀ ਗੱਲ, ਮਤਲਬ ਰੈਗੂਲਰ ਹਸਪੀਟਲ ਆਉਣ ਦੀ ਵੀ ਲੋੜ ਨਹੀਂ ਹੈ। ਤੁਸੀਂ ਦਵਾਈ ਲੈ ਕੇ ਘਰ ਬੈਠ ਕੇ ਉਸ ਦਵਾਈ ਨੂੰ ਵਰਤਣਾ ਹੀ ਹੈ ਜੀ। ਪਹਿਲਾਂ ਹੁੰਦਾ ਸੀਗਾ ਕਿ ਇਹ ਜਿਹੜੀ ਇਮਿਊਨੋਥੈਰੇਪੀ ਸੀ ਇਹਦੇ 'ਚ ਅਸੀਂ ਇੰਜੈਕਸ਼ਨ ਲਗਾਉਂਦੇ ਸੀ। ਹੁਣ ਇਮਿਊਨੋਥੈਰੇਪੀ ਆ ਗਈ ਸਲਿਟ ਸਬਲਿੰਗੁਅਲ। ਉਹ 'ਚ ਕੀ ਹੁੰਦਾ ਕਿ ਅਸੀਂ ਮਰੀਜ਼ ਨੂੰ ਦਵਾਈ ਦੇ ਦਿੰਦੇ ਹਾਂ, ਉਹ ਜ਼ੁਬਾਨ ਥੱਲੇ ਕੁਝ ਡ੍ਰੌਪਸ ਰੱਖਣੇ ਹੁੰਦੇ ਆ, ਉਹ ਘਰ ਬੈਠੇ ਹਰ ਹਫਤੇ ਡ੍ਰੌਪਸ ਆਪਣੇ ਆਪ ਰੱਖ ਲੈਂਦੇ ਔਰ ਘਰ ਬੈਠ ਕੇ ਆਪਣਾ ਇਲਾਜ ਕਰ। ਸੋ ਇਹ ਕਾਫੀ ਕਨਵੀਨੀਅੰਟ ਹੋ ਗਿਆ। ਤੁਸੀਂ ਕੁਝ ਹੋਰ ਦੱਸਣਾ ਚਾਹੋ? ਦੇਖੋ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਦੇਖੋ ਆਪਾਂ ਆਪਣੀ ਨੇਚਰ ਨੂੰ ਬਚਾਈਏ, ਆਪਣੀ ਕੁਦਰਤ ਨੂੰ ਬਚਾਈਏ, ਵੱਧ ਤੋਂ ਵੱਧ ਦਰਖਤ ਲਾਈਏ, ਘੱਟ ਤੋਂ ਘੱਟ ਪੋਲਿਊਸ਼ਨ ਕਰੀਏ, ਤਾਂ ਕਿ ਜਿਹੜੀ ਚੀਜ਼ਾਂ ਤੋਂ ਸਾਨੂੰ ਸਾਡਾ ਲਾਈਫ ਸਪੈਨ ਘਟ ਰਿਹਾ, ਜਿਹੜੀਆਂ ਬਿਮਾਰੀਆਂ ਸਾਡੀਆਂ ਆ ਰਹੀਆਂ ਅੰਦਰ, ਇਹਨਾਂ ਤੋਂ ਅਸੀਂ ਬਚਿਆ ਜਾ ਸਕੀਏ। ਔਰ ਮੈਂ ਤੇ ਹਰ ਇੱਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਕਿ ਟਰਾਈ ਟੂ ਪ੍ਰੀਜ਼ਰਵ ਯੂਅਰ ਨੇਚਰ।
धन्यवाद। हमारे साथ बात करने के लिए थे डॉक्टर प्रदीप ओरी, जिन्होंने स्पष्ट बताया है कि एलर्जी क्या है और इसका इलाज कैसे किया जा सकता है। सेल्फ मेडिकेशन ना करें, अगर आपको कोई तकलीफ है तो अपने डॉक्टर से संपर्क करें। इन्होंने ये भी कहा है कि विज्ञापन देखकर ही आप अपने टेस्ट ना करवाने लगें, क्योंकि आजकल यहाँ पर स्पेशलिस्ट डॉक्टर मौजूद हैं जो पहले आपकी जांच करेंगे, फिर आपको बताएंगे कि आपको किन टेस्टों की आवश्यकता है। हेल्थ इज वेल्थ ये कहा जा रहा है। पैसा आप कमाते हैं लेकिन वो किसी काम का नहीं जब तक आपकी सेहत अच्छी नहीं है। अगर आपको कोई प्रॉब्लम है, कोई बीमारी है, तो किसी अच्छे डॉक्टर से संपर्क करें। हमारा ये कार्यक्रम विशेष आपके लिए इसीलिए लाया जाता है कि आपको गाइड किया जा सके, आपको एजुकेट किया जा सके। अमृतसर से D4 न्यूज़ के लिए दीपक भंडारी की खास रिपोर्ट।